ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸੰਸਾਰ ਅੰਦਰ ਜੇ ਕੋਈ ਚੰਗਾ ਹੈ ਤਾਂ ਉਹ ਆਪਣੇ ਤੋਂ ਮਾੜੇ ਨੂੰ ਮਾੜਾ ਹੋਣ ਦਾ ਤਾਨਾ ਮਾਰਦਾ ਹੈ। ਜੇ ਕੋਈ ਧਾਰਮਿਕ ਹੈ ਤਾਂ ਉਹ ਦੂਜੇ ਧਾਰਮਿਕ ਕਰਮਾਂ ਨੂੰ ਤਾਨਾ ਮਾਰਦਾ ਹੈ ਕਿ ਜੋ ਤੂੰ ਕਰਦਾ ਉਹ ਸਹੀ ਨੇ, ਪਰ ਜੋ ਮੈਂ ਕਰਦਾ ਉਹ ਸਹੀ ਹੈ। ਇਹੀ ਸਹੀ ਤਰੀਕਾ ਹੈ। ਪਰ ਜੇ ਅਸੀਂ ਗੁਰੂ ਸਾਹਿਬ ਕੋਲੋਂ ਪੁੱਛੀਏ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤਰੀਕਾ ਕੋਈ ਵੀ ਹੋਵੇ, ਜੇ ਉਸ ਅੰਦਰ ਕੋਈ ਛਲ ਨਹੀਂ, ਲੋਭ ਨਹੀਂ, ਹਉਮੈ ਹੰਕਾਰ ਨਹੀਂ, ਤਾਂ ਉਹ ਆਪਣੀ ਮੰਜ਼ਿਲ ਤੱਕ ਪੁੱਜ ਹੀ ਜਾਂਦਾ ਹੈ। ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਹੁਤ ਸਾਰੇ ਭਗਤਾਂ, ਸੰਤਾਂ, ਮਹਾਤਮਾ ਦੀ ਬਾਣੀ ਜੋ ਵੱਖ-ਵੱਖ ਧਰਮਾਂ, ਵੱਖ-ਵੱਖ ਜਾਤਾਂ, ਵੱਖ-ਵੱਖ ਬੋਲੀਆਂ ਨਾਲ ਸੰਬੰਧ ਰੱਖਦੇ ਹਨ, ਪਰ ਉਹ ਪਰਮਾਤਮਾ ਨੂੰ ਮਿਲੇ, ਉਹਨਾਂ ਨੇ ਆਪਣੀ ਮੰਜ਼ਿਲ ਨੂੰ ਪਹਿਚਾਣਿਆ। ਅਤੇ ਕੁਝ ਇਸੇ ਹੀ ਤਰ੍ਹਾਂ ਦੀ ਪੌੜੀ ਹੈ ਜਪਜੀ ਸਾਹਿਬ ਦੀ, ਜੋ ਕਿ 17ਵੀਂ ਪੌੜੀ ਹੈ, ਜਿਸ ਅੰਦਰ ਗੁਰੂ ਸਾਹਿਬ ਬੜਾ ਹੀ ਸੋਹਣਾ ਉਹਨਾਂ ਭਗਤਾਂ, ਉਹਨਾਂ ਸੰਤਾਂ, ਮਹਾਤਮਾ ਬਾਰੇ ਫਰਮਾਉਂਦੇ ਹਨ ਜਿਨ੍ਹਾਂ ਨੇ ਵੱਖ-ਵੱਖ ਤਰੀਕਿਆਂ ਨਾਲ ਪਰਮਾਤਮਾ ਨੂੰ ਪਾਉਣ ਦਾ ਯਤਨ ਕੀਤਾ। ਤਾਂ ਇਸ ਦੀ ਪਹਿਲੀ ਹੀ ਪੰਕਤੀ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ असंख जप असंख पाओ। ਭਾਵ ਅਕਾਲ ਪੁਰਖ ਦੀ ਕੁਦਰਤ ਬੜੀ ਮਹਾਨ ਹੈ, ਬੇਅੰਤ ਭਗਤਾਂ ਨਾਲ ਭਰੀ ਪਈ ਹੈ। ਇਸ ਰਚਨਾ ਅੰਦਰ ਅਸੰਖ, ਸੰਖ ਤੋਂ ਭਾਵ ਹੈ ਸੰਖਿਆ, ਅਤੇ ਅਸੰਖ ਤੋਂ ਭਾਵ ਹੈ ਜੋ ਕਿਸੇ ਸੰਖਿਆ ਅੰਦਰ ਨਾ ਆਵੇ, ਭਾਵ ਅਣਗਿਣਤ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਹੀ ਐਸੇ ਲੋਕ ਹਨ ਜੋ ਰੱਬ ਦਾ ਜਪ ਕਰ ਰਹੇ ਹਨ। ਗੁਰੂ ਪਿਆਰੋ, ਜਪ ਵੀ ਕਈ ਤਰ੍ਹਾਂ ਦੇ ਹੋ ਰਹੇ ਹਨ, ਕਈ ਬੋਲੀਆਂ ਅੰਦਰ ਕਈ ਤਰੀਕਿਆਂ ਨਾਲ ਹੋ ਰਹੇ ਹਨ, ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਜਪ ਅੰਦਰ ਭਾਉ ਹੈ ਤਾਂ ਉਹ ਜਪ ਸਫਲ ਹੈ। ਭਾਉ ਭਾਵ ਪਿਆਰ। ਜਦ ਅਸੀਂ ਜਪ ਕਰ ਰਹੇ ਹਾਂ, ਜੇ ਉਸ ਅੰਦਰ ਪਿਆਰ ਨਾ ਹੋਵੇ ਤਾਂ ਉਸ ਦਾ ਅਸਰ ਮਨ ਤੇ ਨਹੀਂ ਹੁੰਦਾ। ਇਸ ਲਈ ਜਦ ਪਾਠ ਕਰੀਏ, ਜਪ ਕਰੀਏ, ਰੱਬ ਨੂੰ ਚੇਤੇ ਕਰੀਏ, ਧਿਆਨ ਕਰੀਏ ਤਾਂ ਮਨੋਂ ਕਰੀਏ, ਪਿਆਰ ਨਾਲ ਕਰੀਏ, ਭਾਉ ਨਾਲ ਕਰੀਏ। ਤਾਂ ਗੁਰੂ ਸਾਹਿਬ ਇਸ ਪੰਕਤੀ ਨੇ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਅਣਗਿਣਤ ਜੀਵ ਜਪ ਕਰਦੇ ਹਨ ਅਤੇ ਬੇਅੰਤ ਜੀਵ ਪਿਆਰ ਦਾ ਵਰਤਾਓ ਕਰ ਰਹੇ ਹਨ। ਗੁਰੂ ਪਿਆਰਿਓ, ਪਿਆਰ ਬਹੁਤ ਜ਼ਰੂਰੀ ਹੈ। ਜਿੱਥੇ ਪਿਆਰ ਹੋਏ ਉੱਥੇ ਕਦੇ ਵੀ ਨਫ਼ਰਤ ਨਹੀਂ ਹੁੰਦੀ। ਜੇ ਨਫ਼ਰਤ ਹੈ ਤਾਂ ਸਮਝ ਲੈਣਾ ਉਹ ਪਿਆਰ ਨਹੀਂ, ਬਸ ਪਿਆਰ ਦੀ ਸ਼ਕਲ ਵਿੱਚ ਕੋਈ ਸ਼ੈਤਾਨ ਹੈ। ਰੱਬ ਨੂੰ ਮੰਨਣ ਵਾਲਾ ਤਾਂ ਪਿਆਰ ਦੀ ਮੂਰਤ ਹੁੰਦਾ ਹੈ। ਉਸ ਦਾ ਸਾਰੀ ਮਨੁੱਖਤਾ ਨਾਲ, ਸਾਰੀ ਕੁਦਰਤ ਨਾਲ ਇੱਕੋ ਜਿਹਾ ਪਿਆਰ ਹੁੰਦਾ ਹੈ, ਜਿਵੇਂ ਸੂਰਜ, ਚੰਨ, ਤਾਰੇ, ਪਰਮਾਤਮਾ। ਇੰਜ ਦਾ ਪਿਆਰ, ਇੱਕ ਦ੍ਰਿਸ਼ਟੀ ਵਾਲਾ ਪਿਆਰ, ਇੱਕੋ ਜਿਹਾ ਵਿਵਹਾਰ ਹੁੰਦਾ ਹੈ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਪੂਜਾ ਅਸੰਖ ਤਪ ਤਾਓ। ਅਕਾਲ ਪੁਰਖ ਦੀ ਕੁਦਰਤ ਬੜੀ ਹੀ ਸੋਹਣੀ ਤੇ ਮਹਾਨ ਹੈ, ਜਿਸ ਅੰਦਰ ਅਸੰਖਾਂ ਹੀ ਜੀਵ ਪੂਜਾ ਕਰ ਰਹੇ ਹਨ ਅਤੇ ਅਸੰਖ ਹੀ ਤਪ ਸਾਧ ਰਹੇ ਹਨ। ਗੁਰੂ ਪਿਆਰੋ, ਜਦ ਗੁਰਬਾਣੀ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਅਸਲ ਜਪ ਤਪ ਕੀ ਹੈ। ਕਈ ਜਗ੍ਹਾ ਤੇ ਗੁਰੂ ਸਾਹਿਬ ਨੇ ਜਪ ਤਪ ਨੂੰ ਕੂੜ ਵੀ ਕਿਹਾ ਹੈ। ਕਿੱਥੇ ਕਿਹਾ ਹੈ? ਜਿੱਥੇ ਜਪ ਤਪ ਅੰਦਰ ਹੰਕਾਰ ਹੈ, ਲੋਭ ਹੈ, ਦਿਖਾਵਾ ਹੈ, ਉਸ ਨੂੰ ਵਿਅਰਥ ਆਖਿਆ ਹੈ, ਕੂੜ ਆਖਿਆ ਹੈ। ਅਤੇ ਜਿਸ ਜਪ ਤਪ ਅੰਦਰ ਰੱਬ ਹੈ, ਪਿਆਰ ਹੈ, ਸੰਤੋਖ, ਸਬਰ ਆਦਿ ਗੁਣ ਹਨ, ਉਹੀ ਜਪ ਤਪ ਸਫਲ ਹੈ। ਤਾਂ ਗੁਰੂ ਸਾਹਿਬ ਇਸ ਪੰਕਤੀ ਅੰਦਰ ਫਰਮਾ ਰਹੇ ਹਨ ਕਿ ਅਸੰਖ ਜੀਵ ਪੂਜਾ ਕਰ ਰਹੇ ਹਨ ਅਤੇ ਅਣਗਿਣਤ ਹੀ ਤਪ ਸਾਧ ਰਹੇ ਹਨ, ਪਰਮਾਤਮਾ ਨਾਲ ਲਿਵ ਜੋੜ ਰਹੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਗ੍ਰੰਥ ਮੁੱਖ ਵੇਦ ਪਾਠ। ਜਦੋਂ ਤੋਂ ਜਗਤ ਬਣਿਆ ਹੈ ਅਤੇ ਜਗਤ ਉੱਤੇ ਲੋਕ ਪੈਦਾ ਹੋਏ ਹਨ, ਉਦੋਂ ਤੋਂ ਧਰਮ ਚੱਲਦੇ ਆ ਰਹੇ ਹਨ। ਹਰੇਕ ਉਸ ਧਰਤੀ ਦੇ ਜਿੱਥੇ ਲੋਕ ਹਨ, ਜੀਵ ਹਨ, ਉੱਥੇ ਧਰਮ ਵੀ ਹੈ ਅਤੇ ਹਰ ਧਰਮ ਦੀ ਆਪਣੀ ਬੋਲੀ ਹੈ, ਨਿਸ਼ਾਨ ਹਨ, ਨਿਯਮ ਹਨ, ਗ੍ਰੰਥ ਹਨ, ਪਰ ਨਿਸ਼ਾਨਾ ਇੱਕ ਹੈ, ਰੱਬ ਨਾਲ ਇੱਕ ਹੋਣਾ, ਉਸ ਨੂੰ ਪਛਾਣਨਾ, ਆਪਣੇ ਆਪ ਨੂੰ ਜਾਣਨਾ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਗ੍ਰੰਥ ਵੀ ਕੋਈ ਇੱਕ ਨਹੀਂ ਹੈ। ਇਸ ਜਗਤ ਅੰਦਰ, ਇਸ ਕੁਦਰਤ ਅੰਦਰ ਅਨੇਕਾਂ ਹੀ ਗ੍ਰੰਥ ਹਨ। ਕਈ ਸਾਰੇ ਵੇਦ, ਪੁਰਾਣ, ਕੁਰਾਨ ਆਦਿ ਹਨ, ਜਿਨ੍ਹਾਂ ਦਾ ਹਰ ਵੇਲੇ ਮੂੰਹ ਨਾਲ ਪਾਠ ਕੀਤਾ ਜਾ ਰਿਹਾ ਹੈ, ਹਰ ਵੇਲੇ ਪਾਠ ਨੂੰ ਪੜ੍ਹਿਆ ਜਾ ਰਿਹਾ ਹੈ, ਹਰ ਵੇਲੇ ਕੋਈ ਨਾ ਕੋਈ ਪਾਠ ਚੱਲਦਾ ਹੀ ਰਹਿੰਦਾ ਹੈ, ਇਹ ਕਦੇ ਬੰਦ ਨਹੀਂ ਹੁੰਦਾ। ਅਤੇ ਅੱਜ ਕੱਲ੍ਹ ਇਹ ਵੀ ਦੇਖੀਦਾ ਹੈ ਕਿ ਲੋਕ ਸਵਾਲ ਕਰਦੇ ਹਨ ਕਿ ਜੇ ਇੰਨਾ ਪਾਠ ਹੋ ਰਿਹਾ ਫਿਰ ਸਮਾਜ ਅੰਦਰ ਬੁਰਾਈ ਕਿਉਂ ਹੈ? ਕਿਉਂਕਿ ਪਾਠ ਸਿਰਫ, ਜਿਵੇਂ ਕਿ ਗੁਰੂ ਸਾਹਿਬ ਨੇ ਫਰਮਾਇਆ, ਕਿ ਮੂੰਹ ਨਾਲ ਹੋ ਰਹੇ ਹਨ। ਜਦ ਕਿਸੇ ਮਨ ਦੇ ਅੰਦਰ ਹੀ ਬੋਲ ਚਲੇ ਜਾਣ, ਉੱਥੇ ਵਸ ਜਾਣ, ਫਿਰ ਉਸ ਮਨ ਅੰਦਰ ਬੁਰਾਈ ਆਪਣੇ ਆਪ ਦੂਰ ਹੋ ਜਾਂਦੀ ਹੈ। ਇਸ ਲਈ ਸਿਰਫ ਪੜ੍ਹਨ ਤੱਕ ਹੀ ਨਹੀਂ ਰਹਿਣਾ, ਇਸ ਨੂੰ ਸੁਣਨਾ ਵੀ ਹੈ, ਇਸ ਨੂੰ ਸਮਝਣਾ ਵੀ ਹੈ। ਜਦ ਮਨ ਸ਼ਬਦ ਦੀ ਵਿਚਾਰ ਕਰਦਾ ਹੈ ਤਾਂ ਹੀ ਬਦਲਦਾ ਹੈ, ਬੁਰਾਈ ਤੋਂ ਦੂਰ ਹੁੰਦਾ ਹੈ। ਇਸ ਲਈ ਗੁਰੂ ਪਿਆਰੋ, ਮਿੱਠੇ ਪਾਣੀ ਦੀ ਨਹਿਰ ਭਾਵੇਂ ਹਰ ਘਰ ਕੋਲੋਂ ਲੰਘ ਰਹੀ ਹੈ, ਪਰ ਤ੍ਰੇ ਉਹਦੀ ਹੀ ਬੁਝਦੀ ਹੈ ਜਿਸ ਨੇ ਇਹਦਾ ਘੁੱਟ ਭਰਿਆ ਹੈ। ਤਾਂ ਗੁਰੂ ਸਾਹਿਬ ਇਸ ਤੋਂ ਰਾਹੀਂ ਉਪਦੇਸ਼ ਦਿੰਦੇ ਹਨ ਕਿ ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਕੁਝ ਹੋਰ ਭਗਤਾਂ ਬਾਰੇ ਫਰਮਾਉਂਦੇ ਹਨ ਕਿ
असंख जोग मन रह उदास। जोग भाव जुड़न ਦੀ ਸਾਧਨਾ ਕਰਨ ਵਾਲੇ ਜੁੜਨਾ ਹੈ ਰੱਬ ਨਾਲ ਅਤੇ ਆਪਣੇ ਆਪ ਨਾਲ, ਪਰ ਰੱਬ ਨਾਲ ਉਦੋਂ ਹੀ ਜੁੜਿਆ ਜਾ ਸਕਦਾ ਹੈ ਜਦ ਮਨ ਉਦਾਸ ਹੋਏ। ਉਦਾਸ ਦਾ ਭਾਵ ਨਿਰਾਸ਼ਤਾ ਨਹੀਂ ਹੈ, ਉਦਾਸੀ ਨਹੀਂ ਹੈ। ਉਦਾਸ ਦਾ ਭਾਵ ਹੈ ਵਿਕਾਰਾਂ ਤੋਂ ਉਪਰਾਮ ਹੋ ਜਾਣਾ। ਜੋ ਮਨ ਸੰਸਾਰ ਅੰਦਰ ਰਹਿ ਕੇ ਸੰਸਾਰ ਤੋਂ ਉੱਪਰ ਰਹੇ, ਵਿਕਾਰਾਂ ਨੂੰ ਮਨ ਤੇ ਨਾ ਲੱਗਣ ਦੇਵੇ, ਉਹੀ ਉਦਾਸੀ ਹੈ। ਤਾਂ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਫਰਮਾਉਂਦੇ ਹਨ ਕਿ ਅਸੰਖ ਹੀ ਐਸੇ ਲੋਕ ਹਨ ਜੋ ਯੋਗ ਦੇ ਸਾਧਨ ਨਾਲ ਆਪਣੇ ਮਨ ਤੋਂ ਮਾਇਆ ਵੱਲੋਂ ਉਪਰਾਮ ਰਹਿੰਦੇ ਹਨ। ਸੋ ਜੁੜ ਉਹੀ ਸਕਦਾ ਹੈ ਜੋ ਮਾਇਆ ਤੋਂ ਟੁੱਟ ਜਾਏ, ਉਸ ਤੋਂ ਉਦਾਸ ਹੋ ਜਾਏ। ਬਿਨਾਂ ਵਿਕਾਰਾਂ ਨੂੰ ਛੱਡਿਆ ਮਨ ਕਦੇ ਵੀ ਜੁੜਦਾ ਨਹੀਂ। ਇਸ ਲਈ ਗੁਰੂ ਪਿਆਰਿਓ, ਮਨ ਦਾ ਇੱਕ ਨਾਲ ਜੋਗ ਕਰਵਾਉਣਾ ਹੈ ਤਾਂ ਕਮਲ ਦੇ ਫੁੱਲ ਵਾਂਗ ਖਿੜਨਾ ਪੈਣਾ ਹੈ, ਮਨ ਨੂੰ ਉੱਚਾ ਕਰਨਾ ਪੈਣਾ। ਇਸ ਤੋਂ ਬਾਅਦ ਕੁਝ ਹੋਰ ਭਗਤਾਂ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ असंख भगत गुण ज्ञान विचार। ਰੱਬ ਦੀ ਬਣਾਈ ਇਸ ਮਨਮੋਹਕ ਕੁਦਰਤ ਅੰਦਰ ਕਿੰਨੇ ਹੀ ਭਗਤ ਹਨ। ਹਰ ਦੇਸ਼ ਅੰਦਰ, ਹਰ ਰਾਜ ਅੰਦਰ, ਹਰ ਬੋਲੀ ਅੰਦਰ ਕਈ ਐਸੇ ਭਗਤ ਹਨ ਜਿਨ੍ਹਾਂ ਬਾਰੇ ਸਭ ਨੂੰ ਪਤਾ ਹੈ, ਪਰ ਇਸ ਤੋਂ ਇਲਾਵਾ ਕਈ ਐਸੇ ਵੀ ਹਨ ਜਿਸ ਬਾਰੇ ਸਿਰਫ ਤੇ ਸਿਰਫ ਰੱਬ ਨੂੰ ਪਤਾ ਹੈ। ਅਤੇ ਗੁਰੂ ਪਿਆਰੋ, ਰੱਬ ਦੇ ਅਸੀਂ ਜਿੰਨੇ ਵੀ ਨਾਮ ਸੁਣਦੇ ਹਾਂ, ਇਹ ਭਗਤਾਂ ਸੰਤਾਂ ਮਹਾਤਮਾ ਨੇ ਹੀ ਦਿੱਤੇ ਹਨ। ਜਿਵੇਂ ਜੇ ਕਿਸੇ ਨੇ ਇਸ ਕੁਦਰਤ ਅੰਦਰ ਉਸ ਨੂੰ ਦੇਖਿਆ ਤਾਂ ਉਸ ਨੂੰ ਸਿਰਜਣਹਾਰ ਕਹਿ ਦਿੱਤਾ, ਉਸ ਨੂੰ ਕਰਤਾ ਪੁਰਖ ਕਹਿ ਦਿੱਤਾ, ਅਤੇ ਜਿਸ ਨੇ ਹਰ ਪਾਸੇ ਰਮਿਆ ਦੇਖਿਆ ਉਸ ਨੇ ਰਾਮ ਕਹਿ ਦਿੱਤਾ, ਜਿਸ ਨੇ ਦਾਤਾਂ ਦੇਣ ਵਾਲਾ ਦੇਖਿਆ ਉਸ ਨੇ ਦਾਤਾਰ ਕਹਿ ਦਿੱਤਾ, ਜਿਸ ਨੇ ਸਭ ਰਾਜਿਆਂ ਤੋਂ ਉੱਚਾ ਉਸ ਨੂੰ ਦੇਖਿਆ ਉਸ ਨੇ ਬਾਦਸ਼ਾਹ ਕਹਿ ਦਿੱਤਾ, ਜਿਸ ਨੇ ਕਾਲ ਤੋਂ ਰਹਿਤ ਦੇਖਿਆ ਉਸ ਨੂੰ ਅਕਾਲ ਕਹਿ ਦਿੱਤਾ। ਸੋ ਇੰਜ ਜਿਵੇਂ ਜਿਵੇਂ ਜਿਸ ਭਗਤ ਨੇ ਗੁਣ ਦੇਖੇ ਉਹੋ ਜਿਹੇ ਨਾਮ ਰੱਖ ਦਿੱਤੇ। ਤਾਂ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਕੁਦਰਤ ਵਿੱਚ ਅਣਗਿਣਤ ਭਗਤ ਹਨ ਜੋ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕਰ ਰਹੇ ਹਨ। ਉਹਨਾਂ ਗੁਣਾਂ ਰਾਹੀਂ ਰੱਬੀ ਕੁਦਰਤ ਦਾ ਆਨੰਦ ਮਾਣ ਰਹੇ ਹਨ ਅਤੇ ਰੱਬੀ ਗਿਆਨ ਦੀ ਭਗਤ ਵਿਚਾਰ ਕਰ ਰਹੇ ਹਨ, ਉਸ ਨੂੰ ਜੀ ਰਹੇ ਹਨ, ਇਹਨਾਂ ਨੂੰ ਵੰਡ ਰਹੇ ਹਨ, ਇਹਨਾਂ ਦੀ ਵਿਚਾਰ ਕਰ ਰਹੇ ਹਨ, ਇੰਜ ਆਪਣੇ ਜੀਵਨ ਨੂੰ ਸਫਲ ਕਰ ਰਹੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਅਸੰਖ ਸਤੀ ਅਸੰਖ ਦਾਤਾਰ। ਸਤੀ ਦਾ ਇੱਥੇ ਭਾਵ ਹੈ ਸੱਤ ਕਮਾਉਣ ਵਾਲਾ, ਸੱਚ ਤੇ ਚੱਲਣ ਵਾਲਾ। ਸੱਚ ਸਿਰਫ ਲਿਖਣ ਜਾਂ ਬੋਲਣ ਵਾਲਾ ਹੀ ਨਹੀਂ, ਬਲਕਿ ਸੱਚ ਹੀ ਉਸ ਦਾ ਧਰਮ ਹੈ। ਸੱਚ ਦੇਖਣਾ, ਸੁਣਨਾ, ਬੋਲਣਾ, ਲਿਖਣਾ ਤੇ ਸੱਚ ਧਰਮ ਨੂੰ ਕਮਾਉਣ ਵਾਲਾ ਸਤੀ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਸੰਸਾਰ ਅੰਦਰ ਅਸੰਖ ਹੀ ਸਤੀ ਹਨ, ਭਾਵ ਅਣਗਿਣਤ ਹੀ ਸੱਤ ਕਮਾਉਣ ਵਾਲੇ ਹਨ, ਸੱਚ ਦਾ ਜੀਵਨ ਜੀਉਣ ਵਾਲੇ ਹਨ, ਅਤੇ ਅਸੰਖ ਹੀ ਦਾਤਾਰ ਵੀ ਹਨ। ਗੁਰੂ ਪਿਆਰੋ, ਦਾਤਾਰ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਜਿਵੇਂ ਕੋਈ ਪੈਸੇ ਦਾ ਦਾਨ ਕਰਦਾ ਹੈ, ਕੋਈ ਕੱਪੜੇ ਦਾ ਦਾਨ ਕਰਦਾ ਹੈ, ਕੋਈ ਗਿਆਨ ਦਾ ਦਾਨ ਕਰਦਾ ਹੈ, ਕੋਈ ਮਦਦ ਕਰਦਾ ਹੈ। ਤਾਂ ਇਸ ਜਗਤ ਅੰਦਰ ਅਸੰਖ ਹੀ ਦਾਤਾਰ ਹਨ ਜੋ ਵੱਖ-ਵੱਖ ਤਰੀਕਿਆਂ ਨਾਲ ਦਾਨ ਕਰਦੇ ਹਨ। ਪਰ ਜੇ ਸਭ ਤੋਂ ਵੱਡੇ ਦਾਨੀ ਬਾਰੇ ਜਾਣਨਾ ਹੋਏ ਕਿ ਉਹ ਕੌਣ ਹੈ, ਜੋ ਸਭ ਤੋਂ ਵੱਡਾ ਦਾਨੀ ਹੈ, ਤਾਂ ਉਹ ਸਿਰਫ ਤੇ ਸਿਰਫ ਇੱਕੋ ਹੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੂੰ ਸਰਬੰਸ ਦਾਨੀ ਪਿਤਾ ਕਿਹਾ ਜਾਂਦਾ ਹੈ। ਇਹਨਾਂ ਤੋਂ ਵੱਡਾ ਹੋਰ ਕੋਈ ਦਾਨੀ ਇਸ ਜਗਤ ਤੇ ਨਹੀਂ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਸੂਰ ਮੋਹ ਪਖ ਸਾਰ। ਸੂਰ ਭਾਵ ਸੂਰਮਾ, ਪਖਸਾਰ ਭਾਵ ਸਾਰ ਭਖਣ ਵਾਲੇ, ਕਹਿਣ ਤੋਂ ਭਾਵ ਤਲਵਾਰਾਂ ਦੇ ਵਾਰ ਸਹਿਣ ਵਾਲੇ। ਗੁਰੂ ਪਿਆਰਿਓ, ਇੱਥੇ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਸਾਹਿਬ ਨੇ ਇਸ ਪੌੜੀ ਅੰਦਰ ਜਪ ਕਰਨ ਵਾਲੇ, ਤਪ ਕਰਨ ਵਾਲੇ, ਜੋਗ ਕਮਾਉਣ ਵਾਲੇ, ਗ੍ਰੰਥਾਂ ਦੇ ਪਾਠ ਤੇ ਵਿਚਾਰ ਕਰਨ ਵਾਲੇ ਆਦਿ ਭਗਤਾਂ ਦੀ ਗੱਲ ਕੀਤੀ ਹੈ, ਪਰ ਇਸੇ ਹੀ ਪੌੜੀ ਅੰਦਰ ਗੁਰੂ ਸਾਹਿਬ ਨੇ ਸੂਰਮਿਆਂ ਬਾਰੇ ਵੀ ਫਰਮਾਇਆ। ਭਾਵ ਉਹ ਸੂਰਮੇ ਜੋ ਹੱਕ ਸੱਚ ਲਈ ਲੜਦੇ ਹਨ, ਉਹਨਾਂ ਨੂੰ ਵੀ ਜਪ ਤਪ ਵਾਲੀ ਸ਼੍ਰੇਣੀ ਅੰਦਰ ਰੱਖਿਆ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਜਿੱਥੇ ਕੋਈ ਮਨ ਸੰਤ ਹੈ ਉੱਥੇ ਹੀ ਉਸ ਨੇ ਲੋੜ ਪੈਣ ਤੇ ਸਿਪਾਹੀ ਵੀ ਬਣਨਾ ਹੈ। ਤਾਂ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਸੂਰਮੇ ਹਨ, ਬੇਅੰਤ ਸੂਰਵੀਰ ਹਨ ਜੋ ਮੈਦਾਨੇ ਜੰਗ ਵਿੱਚ ਆਪਣੇ ਮੂੰਹ ਉੱਤੇ ਸ਼ਸਤਰਾਂ ਦੇ ਵਾਰ ਸਹਿੰਦੇ ਹਨ। ਇਹ ਸੂਰਮੇ ਐਸੇ ਸੂਰਮੇ ਹਨ ਜੋ ਕਦੇ ਵੀ ਮੈਦਾਨ ਛੱਡ ਕੇ ਨਹੀਂ ਭੱਜਦੇ। ਇਹ ਐਸੇ ਸੂਰਮੇ ਹਨ ਜੋ ਹੱਕ ਲਈ, ਸੱਚ ਲਈ ਲੜਦੇ ਹਨ, ਅਤੇ ਇਹ ਸੰਤ ਸਿਪਾਹੀ ਵੀ ਜਗਤ ਅੰਦਰ ਅਸੰਖ ਹਨ, ਬਹੁਤ ਸਾਰੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਮੋਣ ਲਿਵ ਲਾਏ ਤਾਰ।
ਅਤੇ ਇਸ ਕੁਦਰਤ ਅੰਦਰ ਅਸੰਖ ਹੀ ਮੋਹਨੀ ਹਨ ਜੋ ਇੱਕ ਰਸ ਭਾਵ ਲਗਾਤਾਰ ਲਿਵਜੋੜ ਕੇ ਬੈਠ ਰਹੇ ਹਨ। ਗੁਰੂ ਪਿਆਰਿਓ, ਜਪਜੀ ਸਾਹਿਬ ਦੀ ਸ਼ੁਰੂਆਤ ਅੰਦਰ ਹੀ ਗੁਰੂ ਸਾਹਿਬ ਨੇ ਚੁੱਪ ਰਹਿਣ ਬਾਰੇ ਫਰਮਾਨ ਦਿੱਤਾ ਹੈ ਕਿ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ। ਲਿਵਤਾਰ ਭਾਵ ਉੱਤੋਂ ਚੁੱਪ ਕੀਤਿਆਂ ਮਨ ਚੁੱਪ ਨਹੀਂ ਹੁੰਦਾ, ਭਾਵੇਂ ਅਸੀਂ ਕਿੰਨੀਆਂ ਵੀ ਬਿਰਤੀਆਂ ਜੋੜ ਕੇ ਬੈਠੇ। ਇਸ ਲਈ ਜ਼ੁਬਾਨ ਨੂੰ ਚੁੱਪ ਕਰਵਾਉਣ ਤੋਂ ਵੱਧ ਜ਼ਰੂਰੀ ਹੈ ਮਨ ਨੂੰ ਚੁੱਪ ਕਰਾਉਣਾ। ਜਦ ਮਨ ਚੁੱਪ ਹੁੰਦਾ ਹੈ, ਮਨ ਸ਼ਾਂਤ ਹੁੰਦਾ ਹੈ, ਫਿਰ ਉਹ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਨ ਜੋਗਾ ਹੋ ਜਾਂਦਾ ਹੈ। ਇਸ ਲਈ ਮੋਨੀ ਉਹੀ ਹੈ ਜਿਸ ਨੇ ਮਨ ਨੂੰ ਸ਼ਾਂਤ ਕੀਤਾ ਹੈ, ਜਿਸ ਨੇ ਵਿਕਾਰਾਂ ਵਾਲੇ ਪਾਸੇ ਤੋਂ ਮਨ ਨੂੰ ਚੁੱਪ ਕਰਾ ਰੱਖਿਆ ਹੈ। ਗੁਰੂ ਸਾਹਿਬ ਇਸ ਤੁਕ ਰਾਹੀਂ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਇਸ ਕੁਦਰਤ ਅੰਦਰ ਅਨੇਕਾਂ ਮੋਨੀ ਹਨ ਜੋ ਇੱਕ ਰਸ ਬਿਰਤੀ ਜੋੜ ਕੇ ਬੈਠ ਰਹੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਭਾਵ ਕਿ ਮੈਂ ਕੁਦਰਤ ਦੀ ਕੀ ਵਿਚਾਰ ਕਰਾਂ। ਇਹ ਜੋ ਜਪ ਕਰਨ ਵਾਲੇ, ਤਪ ਕਰਨ ਵਾਲੇ, ਸੂਰਮੇ ਆਦਿ ਇਹ ਜਿੰਨੇ ਵੀ ਦੱਸੇ ਹਨ ਇਹ ਤਾਂ ਕੁਝ ਵੀ ਨਹੀਂ ਹਨ। ਇਹੋ ਜਿਹੇ ਹੋਰ ਵੀ ਅਸੰਖਾਂ ਹੀ ਭਗਤ ਹਨ ਜਿਨ੍ਹਾਂ ਬਾਰੇ ਸਿਰਫ ਮਾਲਕ ਹੀ ਜਾਣਦਾ ਹੈ। ਉਸ ਦੇ ਭਗਤ, ਉਸ ਦੀ ਕੁਦਰਤ ਬਹੁਤ ਹੀ ਮਹਾਨ ਹੈ, ਬਹੁਤ ਬੇਹਿਸਾਬ ਹੈ, ਬਾ ਕਮਾਲ ਹੈ। ਮੇਰੀ ਕੀ ਤਾਕਤ ਕਿ ਮੈਂ ਇਸ ਕੁਦਰਤ ਦੀ ਵਿਚਾਰ ਕਰ ਸਕਾਂ। हे ਅਕਾਲ ਪੁਰਖ, ਜੋ ਮੇਰੀ ਇੰਨੀ ਹਸਤੀ ਨਹੀਂ ਕਿ ਪੂਰੀ ਵਿਚਾਰ ਹੋ ਸਕੇ, ਪਰ ਜਿੰਨਾ ਵੀ ਦੇਖਦਾ ਹਾਂ ਉਸ ਨੂੰ ਦੇਖ ਕੇ ਮਨ ਸ਼ਾਂਤ ਹੁੰਦਾ ਹੈ, ਮਨ ਵਿਸਮਾਦ ਵਿੱਚ ਆਉਂਦਾ ਹੈ। ਮਨ ਵਿੱਚ ਕੁਦਰਤ ਦੇ ਨਜ਼ਾਰੇ ਦੇਖ ਕੇ, ਰੱਬੀ ਭਗਤਾਂ ਨੂੰ ਦੇਖ ਕੇ ਮਨ ਖਿੜਦਾ ਹੈ ਕਿ ਕਿੰਨੇ ਸੋਹਣੇ ਭਗਤੀ ਦੇ ਫੁੱਲ ਰੱਬੀ ਬਾਗ ਅੰਦਰ ਖਿੜੇ ਹੋਏ ਹਨ। ਮੈਂ ਤਾਂ ਜੇ ਵਾਰ-ਵਾਰ ਵੀ ਇਸ ਕੁਦਰਤ ਤੋਂ ਸਦਕੇ ਜਾਵਾਂ ਤਾਂ ਵੀ ਘੱਟ ਹੈ, ਅਸੰਖ ਵਾਰ ਨੇ ਜਾਵਾਂ ਤਾਂ ਵੀ ਇੱਕ ਵਾਰ ਸਦਕੇ ਨਹੀਂ ਹੋਇਆ ਜਾ ਸਕਦਾ। ਐਸੀ ਮਹਾਨ ਕੁਦਰਤ ਹੈ ਸੱਚੇ ਪਾਤਸ਼ਾਹ ਦੀ। ਇਸ ਤੋਂ ਬਾਅਦ ਆਖਰੀ ਪੰਕਤੀ ਅੰਦਰ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। हे ਅਕਾਲ ਪੁਰਖ ਜੀਓ, ਜੋ ਤੁਹਾਨੂੰ ਚੰਗਾ ਲੱਗਦਾ ਹੈ, ਸਾਈ ਭਾਵ ਉਹੀ ਕਾਰ ਭਲੀ ਹੈ, ਉਹੀ ਕਾਰਜ ਭਲਾ ਹੈ। ਭਾਵ ਆਪ ਜੀ ਦੀ ਰਜਾ ਵਿੱਚ ਚੱਲਣਾ ਹੀ ਭਲਾ ਹੈ। ਇਸ ਅੰਦਰ ਹੀ ਆਨੰਦ ਹੈ। ਗੁਰੂ ਪਿਆਰੋ, ਜੇ ਹੁਕਮ ਨੂੰ, ਰਜਾ ਨੂੰ ਸਮਝ ਲਿਆ ਜਾਏ ਫਿਰ ਸਾਨੂੰ ਜੀਵਨ ਜੀਣ ਦਾ ਵੱਲ ਆ ਜਾਂਦਾ ਹੈ, ਲੋਕਾਂ ਨਾਲ ਮਿਲਣ ਦਾ ਤਰੀਕਾ ਸਮਝ ਆ ਜਾਂਦਾ ਹੈ, ਰੱਬੀ ਰਾਹ ਦੀ ਸਮਝ ਮਨ ਨੂੰ ਆਉਣ ਲੱਗ ਜਾਂਦੀ ਹੈ। ਜਦ ਰਜਾ ਨੂੰ ਮਨ ਸਮਝਣ ਵਾਲਾ ਹੋ ਜਾਂਦਾ ਹੈ ਅਤੇ ਹੁਕਮ ਸਮਝਿਆ ਹੀ ਪਤਾ ਲੱਗਦਾ ਹੈ ਕਿ ਇਸ ਕੁਦਰਤ ਅੰਦਰ ਕਿਸ ਤਰ੍ਹਾਂ ਦੇ ਲੋਕ ਹਨ, ਕਿਵੇਂ ਮਾਲਕ ਨੇ ਇਹ ਸੋਹਣੀ ਖੇਡ ਰਚਾਈ ਹੋਈ ਹੈ। ਹਰ ਕੋਈ ਉਸ ਦੀ ਰਚਾਈ ਖੇਡ ਵਿੱਚ ਕਿਵੇਂ ਖੇਡ ਰਿਹਾ ਹੈ। ਕੋਈ ਨਾਮ ਜਪ ਰਿਹਾ ਹੋਵੇ, ਕੋਈ ਤਪ ਕਰ ਰਿਹਾ ਹੈ, ਕੋਈ ਸੂਰਮਾ ਹੈ ਅਤੇ ਕਈਆਂ ਅੰਦਰ ਬੁਰਾਈ ਵੀ ਹੈ। ਬੁਰਾਈ ਅੰਦਰ ਫਸੇ ਜੀਵਾਂ ਦੀ ਵਿਚਾਰ ਅਸੀਂ ਗੁਰੂ ਪਿਆਰੋ ਅਗਲੀ ਪੌੜੀ ਅੰਦਰ ਕਰਾਂਗੇ। ਤਾਂ ਗੁਰੂ ਸਾਹਿਬ ਇਹਨਾਂ ਪੰਕਤੀਆਂ ਅੰਦਰ ਫਰਮਾ ਰਹੇ ਹਨ ਕਿ हे ਅਕਾਲ ਪੁਰਖ ਜੀਓ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ, ਭਾਵ ਤੇਰੇ ਰਜ਼ਾ ਵਿੱਚ ਚੱਲਣਾ ਹੀ ਠੀਕ ਹੈ। हे ਨਿਰੰਕਾਰ ਜੀਓ, ਤੂੰ ਸਦਾ ਅਟਲ ਰਹਿਣ ਵਾਲਾ ਹੈ, ਤੂੰ ਸਦਾ ਸਲਾਮਤ ਹੈ, ਤੂੰ ਸਦਾ ਸਤ ਹੈ। ਤਾਂ ਇਹ ਸੀ 17ਵੀਂ ਪੌੜੀ ਜਿਸ ਵਿੱਚ ਕੁਦਰਤ ਅੰਦਰ ਵਸੇ ਉਹਨਾਂ ਜੀਵਾਂ ਦੀ ਬਾਤ ਗੁਰੂ ਸਾਹਿਬ ਨੇ ਪਾਈ ਹੈ ਜਿਸ ਵਿੱਚ ਰੱਬ ਨਾਲ ਜੁੜੇ ਹੋਏ ਲੋਕ ਹਨ। ਪਰ ਕੌਣ ਕਿੰਨਾ ਕੁ ਜੁੜਿਆ ਹੈ ਇਹ ਅਕਾਲ ਪੁਰਖ ਹੀ ਜਾਣਦਾ ਹੈ, ਕਿਉਂਕਿ ਅੱਜ ਕੱਲ੍ਹ ਮੂੰਹ ਤੇ ਕੁਝ ਹੋਰ ਹੈ ਤੇ ਮਨ ਤੇ ਕੁਝ ਹੋਰ। ਕੁਝ ਇਹੋ ਜਿਹੇ ਹੀ ਮਨਾਂ ਬਾਰੇ ਗੁਰੂ ਸਾਹਿਬ ਅਗਲੀ ਪੌੜੀ ਅੰਦਰ ਵਿਚਾਰ ਦਿੰਦੇ ਹਨ ਕਿ ਇੱਥੇ ਸਿਰਫ ਸੰਤ ਮਹਾਤਮਾ ਹੀ ਨਹੀਂ ਬਲਕਿ ਚੋਰ, ਠੱਗ ਤੇ ਹੋਰ ਵੀ ਕਈ ਤਰ੍ਹਾਂ ਦੇ ਵਿਕਾਰੀ ਜੀਵ ਹਨ। ਉਸ ਦੀ ਵਿਚਾਰ ਅਸੀਂ ਅਗਲੀ ਵੀਡੀਓ ਅੰਦਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਅੱਜ ਦੀ ਇਸ ਪੂਰੀ ਵਿਚਾਰ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟਾਨ-ਕੋਟ ਧੰਨਵਾਦ ਹੈ। ਉਹਨਾਂ ਨੇ ਕਿਰਪਾ ਕੀਤੀ ਜੋ ਇਹ ਸੇਵਾ ਲਈ, ਅਤੇ ਸੇਵਾ ਕਰਦੇ ਹੋਈਆਂ ਸਭ ਗਲਤੀਆਂ ਦੀ ਮੈਂ ਮਾਫੀ ਚਾਹੁੰਦਾ ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।